ਭੈਣਾਂ ਤੇ ਜਿਹੜੀ ਜ਼ਿਆਦਤੀ ਕੀਤੀ ਹੈ ਉਹ ਸਰਦੀ ਇੰਨੀ ਸਰਦੀ ਰਾਤ ਦੇ ਪਹਿਰ 'ਚ ਵਾਟਰ ਕੈਨਨ ਪਾਣੀ ਸੱਟਿਆ ਗਿਆ। ਦੇਖੋ ਇਹ ਔਰਤ ਜ਼ਾਤ ਤੇ ਕੰਮ ਨਹੀਂ। ਮਰੀਮ ਬੀਬੀ ਵੀ ਇੱਕ ਔਰਤ ਜ਼ਾਤ ਹੈ, ਕਿਹਾ ਇਹ ਉਹਨੂੰ ਸੂਟ ਕਰਦਾ ਹੈ ਗੱਲ। ਅੱਛਾ, ਪੰਜਾਬ ਹਕੂਮਤ ਇਸ ਵਕਤ ਅਰਬਾਂ ਦੇ ਫੰਡ ਦੇ ਰਹੀ ਹੈ, ਨਵੇਂ ਮਹਿਕਮੇ ਬਣ ਰਹੇ ਨੇ, ਪੁਰਾਣਿਆਂ ਨੂੰ ਖਤਮ ਕਰੀ ਜਾ ਰਹੀ, ਭਰਤੀ ਨੇ ਉਹ ਰੋ ਰਹੇ ਤੇ ਨਵੇਂ ਕਿਸ ਤਰ੍ਹਾਂ ਆਉਣਗੇ? ਬਹੁਤ ਮਹਿਕਮੇ ਬਣਾਤੇ ਆ ਲੇਕਿਨ ਇਹਨਾਂ ਦੀ ਕਾਰਕਰਦਗੀ ਜ਼ੀਰੋ ਆ। ਪੁਲਿਸ ਦਾ ਮਹਿਕਮਾ ਦੇਖ ਲਓ, ਇੰਨੀ ਕਰਪਸ਼ਨ ਆ, ਕੋਈ ਕੰਟਰੋਲ ਨਹੀਂ। ਸਿਰਫ ਮਰੀਮ ਬੀਬੀ ਟਿਕ ਟਾਕ ਤੇ ਹੀ ਆ ਬਸ। ਵੀ ਤੁਸੀਂ ਕੀ ਕਹਿੰਦੇ ਹੋ ਕਿ ਮੁਲਕ ਦੀ ਖੁਸ਼ਹਾਲੀ ਲਈ ਕੀ ਕਰਨਾ ਚਾਹੀਦਾ? ਸਰ ਮੁਲਕ ਦੀ ਖੁਸ਼ਹਾਲੀ ਲਈ ਇਮਰਾਨ ਖਾਨ ਜ਼ਰੂਰੀ ਹੈ। इमरान खान डील क्यों नहीं कर रहा? इमरान मुल्क खान तो बाहर क्यों नहीं जाना चाहता? इमरान चला जावे, खान- जान छुड़ावे अपनी। अस्सलाम वालेकुम नाजरीन, आप देख रहे हैं BNA न्यूज़ और मैं हूं आपका मेज़बान मार अजमल सियाल। नाजरीन, इस वक्त जनूबी पंजाब की फेमस तहसील बुरेवाला है, एक हल्का है 229 CB, जहां पाकिस्तान मुस्लिम लीग नून के MPA हैं और उनके कज़न पाकिस्तान मुस्लिम लीग नून को छोड़कर पाकिस्तान तहरीक इंसाफ जिन्होंने ज्वाइन की है, इस हल्के से इस मुश्किल वक्त में पाकिस्तान तहरीक इंसाफ का साथ देते हुए इमरान खान के विजन के बड़े पसंद करते हैं, बड़े फ़ैन हैं इमरान खान के कि आज भी वो जेल में हैं और वो डील करके किसी भी तरीके से मुल्क छोड़कर नहीं गए, आज भी वो अडाला जेल में हैं। उनके विजन को किस तरह पसंद करते हैं, मौजूदा हुकूमत की कारकर्दगी क्या है, इस हल्के के हवाले से ओवरऑल अगर देखें तो जिस तरीके से हुकूमत जो है ये कुछ इदारों को ख़त्म करती जा रही है और कुछ नए इदारे बनाती जा रही है और कुछ अरबों के फ़ंड भी उन्हें मुख्तस किए जा रहे हैं, महंगाई फिर भी कंट्रोल नहीं हो रही, एक आम आदमी जो है वो गुर्बत की चक्की में पिस रहा है, खुशहाल क्यों नहीं हो रहा, ये सब जानने के लिए हमारे साथ मौजूद हैं पाकिस्तान तहरीक इंसाफ से जिनका ताल्लुक़ है। मुश्किल वक्त में इमरान खान का साथ दिया, हल्का PP 229 से MPA के उम्मीदवार हैं चौधरी आबिद कसेलिया। अस्सलाम वालेकुम सर, कैसे? ठीक ठाक है आप? ਤੁਸੀਂ ਇਹ ਦੱਸੋ ਕਿ ਮੌਜੂਦਾ ਹੁਕੂਮਤ ਦੀ ਕਾਰਗਰਦਗੀ ਕੈਸੀ ਹੈ ਔਰ ਇਮਰਾਨ ਖਾਨ ਸਾਹਿਬ ਕਦੋਂ ਰਿਹਾ ਹੋਣਗੇ? ਸਰ ਮੌਜੂਦਾ ਹਕੂਮਤ ਦੀ ਕਾਰਗਰਦਗੀ ਜਿਹੜੀ ਹੈ ਉਹ ਤਾਂ ਬਿਲਕੁਲ ਜ਼ੀਰੋ ਹੈ ਤੇ ਦੂਸਰਾ ਇਮਰਾਨ ਖਾਨ ਰਿਹਾ ਜਲਦੀ ਹੋ ਜਾਣਗੇ ਇਨਸ਼ਾਅੱਲਾ। ਤੇ ਦੇਖੋ ਨਾ, ਇਮਰਾਨ ਖਾਨ ਦੀਆਂ ਭੈਣਾਂ ਤੇ ਜਿਹੜੀ ਜ਼ਿਆਦਤੀ ਕੀਤੀ ਹੈ ਉਹ ਸਰਦੀ ਇੰਨੀ ਸਰਦੀ ਰਾਤ ਦੇ ਪਹਿਰ 'ਚ ਇੰਨੀ ਸਰਦੀ ਦੇ ਵਿੱਚ ਉਹਨਾਂ 'ਤੇ ਵਾਟਰ ਕੈਨਨ ਪਾਣੀ ਸੱਟਿਆ ਗਿਆ। ਦੇਖੋ ਇਹ ਔਰਤ ਜ਼ਾਤ ਤੇ ਕੰਮ ਨਹੀਂ। ਮਰੀਮ ਬੀਬੀ ਵੀ ਇੱਕ ਔਰਤ ਜ਼ਾਤ ਹੈ, ਕਿਹਾ ਇਹ ਉਹਨੂੰ ਸੂਟ ਕਰਦਾ ਹੈ ਗੱਲ। ਬਿਲਕੁਲ ਤੁਸੀਂ ਬਜਾ ਫਰਮਾ ਰਹੇ ਹੋ ਕਿਉਂਕਿ ਭੈਣਾਂ ਧੀਆਂ ਭੈਣਾਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਨੇ। ਅਗਰ ਇਹ ਕਿਸੇ ਵੀ ਨੂਨ ਲੀਗ ਦੀ ਖਾਤੂਨ ਤੇ अगर पानी सिटिया जाता तो अज मीडिया ने बड़ा वड्डा शोर करना सी। अच्छा, पंजाब हुकूमत इस वक्त अरबां दे फंड दे रही है, नवे महकमे बन रहे ने, पुराणियां नूं खत्म करी जा रही है, ना पेंशन है, लोग पिछले रो रहे ने, जिहड़े भर्ती ने वो रो रहे हैं, तो नवे किस तरह आउणगे? सर महकमे तो देखो इन्होंने कोई बनाते आ, बहुत महकमे बनाते हैं लेकिन इन्हों की कारकर्दगी जीरो आ। देखो ना दूसरा पुलिस का महकमा देख लो, इन्नी करप्शन आ, कोई कंट्रोल नहीं, कोई सिर्फ मरियम बीबी टिक टाक ते ही है बस। भी ठीक है, उन्होंने CCD बनाई है, पैरा फोर्स बनाई है, ਜਿਹੜੀ ਇਨਕਰੋਚਮੈਂਟ ਬਾਜ਼ਾਰਾਂ ਵਿੱਚੋਂ ਗਲੀਆਂ ਸਾਫ਼ ਵੀ ਕਰਦੀ ਹੈ, ਤੋੜੀ ਭੰਨੀ ਜਾ ਰਹੀ ਹੈ। ਇਨਕਰੋਚਮੈਂਟ ਗਲਤ ਵੀ ਹੋ ਰਹੀ ਹੈ। ਕੋਈ ਕਿਸੇ ਨੂੰ ਗਰੀਬ ਆਦਮੀ, ਕੋਈ ਕਿਸੇ ਨੂੰ ਕੋਈ ਦਿਹਾੜੀਦਾਰ ਬੰਦਾ, ਉਹਨੂੰ ਵੀ ਮਾਫੀ ਨਹੀਂ ਹੈਗੀ। ਇਹਦੇ ਚ ਅਗਰ ਮੁਤਬਾਦਲ ਜਗ੍ਹਾ ਦੇ ਦਿੱਤੀ ਜਾਵੇ ਉਹ ਬਿਹਤਰ ਨਹੀਂ? ਮੁਤਬਾਦਲ ਜਗ੍ਹਾ ਨਹੀਂ ਦੇ ਰਹੇ ਨਾ ਸਰ, ਨਹੀਂ ਦੇ ਰਹੇ। ਇਹ ਗੱਗੋ ਮੰਡੀ ਵਿੱਚ ਜਿਹੜੇ ਲੋਕਾਂ ਨੂੰ ਪਰੇਸ਼ਾਨ ਹੋਏ ਨੇ ਉਹਨਾਂ ਨੂੰ ਕੋਈ ਮੁਤਬਾਦਲ ਅਗਰ ਗਰੀਬ ਲੋਕਾਂ ਨੂੰ ਰੇਹੜੀ ਬਣਾ ਨੂੰ ਅਗਰ ਜਗ੍ਹਾ ਮਿਲ ਜਾਂਦੀ ਤਾਂ ਮੇਰੇ ਖਿਆਲ ਖੁਸ਼ਹਾਲ ਨਹੀਂ ਹੋ ਜਾਣਗੇ? ਖੁਸ਼ਹਾਲ ਹੋ ਜਾਣੇ ਸੀ। ਔਰ ਕੋਈ ਜਗ੍ਹਾ ਨਹੀਂ ਦਿੱਤੀ ਗੱਗੋ ਮੰਡੀ 'ਚ ਵੀ ਰੇਹੜੀ ਬਣਾ ਨੂੰ, ਯਾਨੀ ਪੂਰਾ ਬਾਜ਼ਾਰ ਹੀ ਪਰੇਸ਼ਾਨ, ਪੂਰਾ ਬਾਜ਼ਾਰ ਪਰੇਸ਼ਾਨ। ਅੱਛਾ, ਪਿੰਡਾਂ ਦੇ ਵਿੱਚ ਛੋਟੀ ਛੋਟੀਆਂ ਗਲੀਆਂ ਨੂੰ ਤੋੜਿਆ ਜਾ ਰਿਹਾ ਹੈ, ਕੀ ਕਹਿੰਦੇ ਹੋ? ਉਹ ਵੀ ਜ਼ਿਆਦਤੀ ਹੈ ਸਰ। ਕੋਈ ਥੜੇ ਬਣੇ ਆ ਥੋੜੇ ਬਾਤੇ ਜਿਹੜੇ ਗਲੀਆਂ 'ਚ 2-2 ਫੁੱਟ, ਉਹ ਤਾਂ ਨਹੀਂ ਕਰਨੇ ਚਾਹੀਦੇ, ਬਹੁਤ ਜ਼ਿਆਦਤੀ ਹੈ। IMF ਦਾ ਕਰਜ਼ਾ ਲਾਉਣ ਲਈ ਇੰਨਾ ਹੀ ਕਾਫੀ ਹੈ ਕਿ ਅਗਰ ਹਰ ਸ਼ਹਿਰ ਦੇ ਵਿੱਚ ਜਿਹੜੀ ਵੱਡੇ ਵੱਡੇ ਲੋਕਾਂ ਨੇ ਕਬਜ਼ੇ ਕੀਤੇ ਨੇ 10-10 ਏਕੜ ਜ਼ਮੀਨ, ਉਹਨਾਂ ਕੋਲੋਂ ਤਾਂ ਵਾਗਜ਼ਾਰ ਨਹੀਂ ਹੋ ਸਕੀ। ਨਹੀਂ, ਇਹ ਤੁਹਾਡੇ ਇਲਮ 'ਚ ਇਹ ਗੱਲ? ਸਾਰੇ ਬਿਲਕੁਲ ਠੀਕ ਹੈ ਗੱਲ। ਹੁਕੂਮਤ ਕਹਿੰਦੀ ਅਸੀਂ ਵਾਗਜ਼ਾਰ ਕਰਾ ਲਈਏ। ਸਰ ਨਹੀਂ, ਵਾਗਜ਼ਾਰ ਨਹੀਂ, ਸਰਕਾਰੀ ਰਕਬਾ ਲੋਕਾਂ ਦੇ ਥੱਲੇ ਹੈ, ਉਹ ਵਾਗਜ਼ਾਰ ਨਹੀਂ ਕਰਾ ਸਕਦੇ। ਨਹੀਂ, ਉਹ ਨਹੀਂ ਕਰਾ ਸਕਦੇ ਤੇ ਥੜੇ ਢਾਉਣ ਦੀ ਕਿਹੜੀ ਲੋੜ ਹੈ? ਥੜੇ ਢਾਉਣ ਦੀ ਕਿਹੜੀ ਲੋੜ ਹੈ? ਪੈਰਾ ਫੋਰਸ ਅਰਬਾਂ ਰੁਪਇਆ ਦੇਣ ਦੀ, ਬਹੁਤ ਜ਼ਿਆਦਾ ਦੇਣ ਦੀ, ਕੋਈ ਇੰਨੇ ਮਹਿਕਮੇ ਬਣਾਉਣ ਦੀ ਲੋੜ ਹੀ ਨਹੀਂ, ਫੋਰਸਾਂ ਬਣਾਉਣ ਦੀ ਲੋੜ ਹੀ ਨਹੀਂ ਹੈਗੀ। ਯਾਨੀ ਤੁਹਾਡਾ ਪਹਿਲੇ ਆਪਣੀ ਪੁਲਿਸ ਤਾਂ ਸਹੀ ਕਰ ਲੈਣਾ ਜਿਹੜੀ ਪੰਜਾਬ ਪੁਲਿਸ। CCD ਵੀ ਆ ਗਈ ਹੈ, ਕਹਿੰਦੀ ਹਾਫ ਫਰਾਈ ਫੁੱਲ ਫਰਾਈ ਪੁਲਿਸ ਮੁਕਾਬਲੇ ਔਰ ਚੋਰਾਂ ਡਾਕੂਆਂ ਤੇ ਬਿਲਕੁਲ ਅਸੀਂ ਨਾ ਮੈਡਮ ਸਾਹਿਬਾ ਕਹਿੰਦੀ ਨੇ, CM ਮਰੀਮ ਨਵਾਜ਼ ਸਾਹਿਬਾ, ਬਈ ਉਹ ਗਲਤ ਵੀ ਮੁਕਾਬਲੇ ਕਰੀ ਜਾਂਦੀ ਹੈ। ਵਕੀਲਾਂ ਨੇ ਤੇ ਆਪਣੇ ਵਕੀਲ ਦਾ ਹਿਸਾਬ ਲੈ ਲਿਆ, ਗਰੀਬ ਆਦਮੀ ਕਿੱਥੋਂ ਲਏਗਾ? ਸਰ ਗਰੀਬ ਕਿੱਥੋਂ ਲਏਗਾ? ਬਿਲਕੁਲ ਗਰੀਬ ਦੀ ਪਹੁੰਚ ਹੀ ਨਹੀਂ ਹੈਗੀ ਸਰ। ਗਰੀਬ ਕਿਤੇ ਥਾਣੇ ਨਹੀਂ ਜਾ ਸਕਦਾ, ਪੈਸੇ ਦਾ ਸਭ ਪੈਸੇ ਹੀ ਚੱਲ ਰਿਹਾ ਹੈ।
ਥਾਣਿਆਂ 'ਚ ਵੀ ਪੈਸੇ ਚੱਲ ਰਿਹਾ, ਸਭ ਕਰਪਸ਼ਨ ਹੋ ਰਹੀ ਸਾਰੀ। ਤੁਸੀਂ ਕੀ ਕਹਿੰਦੇ ਹੋ ਕਿ ਮੁਲਕ ਦੀ ਖੁਸ਼ਹਾਲੀ ਲਈ ਕੀ ਕਰਨਾ ਚਾਹੀਦਾ? ਸਰ ਮੁਲਕ ਦੀ ਖੁਸ਼ਹਾਲੀ ਲਈ ਇਮਰਾਨ ਖਾਨ ਜ਼ਰੂਰੀ ਹੈ, ਇਸ ਤੋਂ ਇਲਾਵਾ ਕੋਈ ਇਸ ਤੋਂ ਆਪਸ਼ਨ ਇਲਾਵਾ ਨਹੀਂ? ਕੋਈ ਹੱਲ ਨਹੀਂ ਗਾ। ਹੱਲ ਹੀ ਕੋਈ ਨਹੀਂ ਗਾ? ਨਹੀਂ, ਕੋਈ ਹੱਲ ਨਹੀਂ। ਇਮਰਾਨ ਖਾਨ ਵਜ਼ੀਰ ਆਜ਼ਮ ਬਣੇ ਤੇ ਇਨਸ਼ਾਅੱਲਾ ਮੁਲਕ ਖੁਸ਼ਹਾਲੀ ਦੀ ਤਰਫ ਜਾਏਗਾ। ਦੇਖੋ ਇਮਰਾਨ ਖਾਨ ਦੇ ਦੌਰ 'ਚ ਤੁਸੀਂ ਦੇਖ ਲਓ, ਜ਼ਿਮੀਂਦਾਰ ਖੁਸ਼ਹਾਲ ਸੀਗਾ ਬਹੁਤ ਜ਼ਿਆਦਾ। ਸਲਾਬਜ਼ਦ ਖਾਨ ਦੇ ਹਵਾਲੇ ਨਾਲ ਹਕੂਮਤ ਨੇ ਪ੍ਰੈਸ ਕਾਨਫਰੰਸਾਂ ਤੋਂ ਪ੍ਰੈਸ ਕਾਨਫਰੰਸਾਂ ਕਰ ਟੀਵੀ ਚੈਨਲ ਤੇ ਇਸ਼ਤਿਹਾਰ ਹਰ ਜਗ੍ਹਾ ਤੇ ਤਸ਼ਹੀਰ ਕੀਤੀ ਹੈ, ਅਰਬਾਂ ਰੁਪਏ ਦੇ ਇਸ਼ਤਿਹਾਰ ਚਲੇ ਗਏ ਸੱਜੇ ਖੱਬੇ। ਇਹ ਦੱਸੋ, ਸਲਾਬ ਵਾਲੇ ਕਹਿੰਦੇ ਨੇ ਕਿ ਸਾਨੂੰ ਪੈਸੇ ਨਹੀਂ ਮਿਲੇ, ਕੰਧਾਂ ਡਿੱਗ ਪਈਆਂ ਨੇ, ਜ਼ਮੀਨਾਂ ਫਸਲਾਂ ਤਬਾਹ ਹੋ ਗਈਆਂ, 20,000 ਏਕੜ ਦੀ ਮੇਰੇ ਖਿਆਲ ਉਹਨਾਂ ਨੇ ਐਲਾਨ ਕੀਤਾ ਸੀ ਤੇ ਹਾਲੇ ਤੱਕ ਪੈਸੇ ਕੋਈ ਨਹੀਂ ਪਹੁੰਚੇ। ਸਰ ਕੋਈ ਨਹੀਂ ਮਿਲੇ, ਕਿਤੇ ਬੰਦੇ ਨੂੰ ਨਹੀਂ ਮਿਲੇ, ਸਾਡੇ ਤੇ ਸੌ ਗਏ ਇੱਥੇ ਕਿਸੇ ਬੰਦੇ ਨੂੰ ਨਹੀਂ ਮਿਲੇ ਪੈਸੇ। ਤੇ ਇਹ ਸਿਰਫ ਟਿਕਟਾਕ ਦੀ ਹੱਦ ਤੱਕ ਹੀ ਆ। ਮਰੀਮ ਬੀਬੀ ਆਉਂਦੀ ਆ ਤਾਂ ਬਸ ਟਿਕਟਾਕ ਬਣਾ ਕੇ ਚਲੋ ਜੀ, ਬਸ ਜਿਹੜੀ ਬਾਹਰੋਂ ਆਉਂਦੀ ਆ ਫੰਡ, ਬਾਹਰੋਂ ਜ਼ਕਾਤ ਆਉਂਦੀ ਉਹ ਹੀ ਦੇ ਰਹੇ। ਯਾਨੀ ਜਿਹੜੇ ਬਾਹਰੋਂ ਬਾਹਰੋਂ, ਹਾਂ, ਸੀ, ਉਹ ਦੇ। ਵੈਸੇ ਤੇ ਅਸੀਂ ਬੜੇ ਆਦੀ ਹਾਂ ਪੁਰਾਣੇ ਜ਼ਕਾਤ ਦੇ, ਬਾਹਰੋਂ ਜਿਹੜੇ ਪੈਸੇ ਆਏ ਉਹ ਹੀ ਤਕਸੀਮ ਹੋਏ ਨੇ, ਉਹ ਹੀ ਤਕਸੀਮ ਹੋ ਰਹੇ। ਹੁਕੂਮਤ ਨੇ ਆਪਣੇ ਖਜ਼ਾਨੇ 'ਚੋਂ ਕੋਈ ਸ਼ੈ ਨਹੀਂ ਦਿੱਤੀ? ਨਹੀਂ, ਕੋਈ ਸ਼ੈ ਨਹੀਂ ਹਾਲੇ ਤੱਕ ਨਹੀਂ ਦਿੱਤੀ ਹਜੇ। ਅੱਗੇ ਉਮੀਦ ਦੇਣਗੇ? ਕਿੱਥੋਂ ਦੇਣੀ ਸਾਰੇ ਇਹਨਾਂ ਨੇ? ਉਹ ਕਹਿੰਦੇ ਨੇ ਕਿ ਖਜ਼ਾਨੇ 'ਚ ਤਾਂ ਸ਼ੈ ਹੀ ਕੋਈ ਨਹੀਂ ਗਈ। ਉਹੀ ਜ਼ਕਾਤ ਜਿਹੜੀ ਆਣੀ ਬਾਹਰੋਂ ਉਹੀ ਦੇਣੀ। ਅੱਛਾ, ਮਰੀਮ ਸਾਹਿਬਾ ਜਿਹੜੇ ਸਲਾਬ ਦੇ ਹਵਾਲੇ ਨਾਲ ਉਹਨਾਂ ਨੇ ਕਿਹਾ ਕਿ ਦਿਆਂਗੇ, ਹਾਲੇ ਤੱਕ ਨਹੀਂ ਦਿੱਤੀ, ਲੇਕਿਨ ਤੁਹਾਨੂੰ ਇਹ ਯਕੀਨ ਕਰਦੇ ਹੋ ਕਿ ਆਉਣ ਵਾਲੇ ਦਿਨਾਂ 'ਚ ਮਿਲੇਗੀ? ਇਹ ਦਰਖਾਸਤਾਂ ਵੀ ਜਮ੍ਹਾਂ ਨੇ? ਨਹੀਂ, ਜ਼ਿਮੀਂਦਾਰਾਂ ਨੂੰ ਹਕੂਕ ਮਿਲੇਗਾ? ਕੋਈ ਸ਼ੈ ਨਹੀਂ ਮਿਲੇਗੀ। ਅੱਛਾ, ਹਕੂਮਤ ਪੰਜਾਬ ਇਸ ਵਕਤ ਜ਼ਿਮੀਂਦਾਰਾਂ ਲਈ ਕੀ ਕਰ ਰਹੀ ਹੈ? ਸਰ ਜ਼ਿਮੀਂਦਾਰਾਂ ਦਾ ਦੇਖੋ ਤੁਸੀਂ ਮੁਤਮਨ ਨਹੀਂ ਹੈ? ਨਹੀਂ, ਅਸੀਂ ਨਹੀਂ ਮੁਤਮਨ। ਜ਼ਿਮੀਂਦਾਰ ਇਮਰਾਨ ਦੌਰ 'ਚ ਜ਼ਿਮੀਂਦਾਰ ਬਹੁਤ ਖੁਸ਼ਹਾਲ ਸੀਗਾ, ਅਜਨਾਸ ਦੀਆਂ ਜਿਹੜੇ ਰੇਟ ਸੀਗੇ ਉਹ ਬਹੁਤ ਅੱਛੇ ਸੀਗੇ। ਹੁਣ ਤਾਂ ਬਿਲਕੁਲ ਜ਼ਿਮੀਂਦਾਰ ਮਰ ਗਿਆ। ਇਮਰਾਨ ਖਾਨ ਦੇ ਦੌਰ 'ਚ ਯਕੀਨਨ ਹੋ ਸਕਦਾ ਹੈ, ਮੈਂ ਨਹੀਂ ਕਹਿੰਦਾ, ਠੀਕ ਹੋ ਸਕਦਾ ਹੈ, ਲੇਕਿਨ ਇਸ ਵਕਤ ਮਰੀਮ ਸਾਹਿਬਾ ਵਜ਼ੀਰ ਪੰਜਾਬ ਕਹਿ ਰਹੀ ਹੈ ਕਿ ਹਰ ਬੰਦੇ ਨੂੰ ਮੈਂ ਠੀਕ ਕਰ ਦੇਣਾ ਹੈ। ਉਹ ਠੀਕ ਵਾਲਾ ਜਿਹੜਾ ਲਫ਼ਜ਼ ਹੈ, ਮਿਸਾਲ ਦੇ ਤੌਰ ਤੇ ਇੱਕ ਮੋਟਰਸਾਈਕਲ ਵਾਲਾ ਜਾ ਰਿਹਾ ਹੈ ਤੇ ਕਹਿੰਦੀ ਮੈਂ 2,000 ਦਾ ਚਲਾਨ ਹੋਏਗਾ ਤੇ ਠੀਕ ਹੋਏਗਾ। ਅੱਛਾ, ਆਪਾਂ ਸਾਰੇ ਗਲਤ ਹਾਂ? ਤੁਸੀਂ ਗਲਤ ਹੋ? ਸਰ ਗਲਤ ਅਸੀਂ ਕਿੱਥੋਂ ਗਲਤ? ਉਹੀ ਸਹੀ ਹੈ ਸਿਰਫ। ਕਾਨੂੰਨ ਤੇ ਅਮਲ ਕਰੀਏ ਸਰ, ਕਾਨੂੰਨ ਤੇ ਅਮਲ ਕਰਦੇ ਆ। ਦੇਖੋ ਇੱਕ ਮੋਟਰਸਾਈਕਲ ਨਾਲ ਜਾ ਰਿਹਾ ਵਿਚਾਰਾ, ਗਰੀਬ ਆਦਮੀ ਆ, ਉਹ 25 ਦੀ ਸਪੀਡ ਤੇ ਜਾ ਰਿਹਾ ਵਾ ਤੇ ਉਹਨੂੰ ਵੀ 2,000 ਦਾ ਚਲਾਨ, ਬੱਸਾਂ ਵਾਲਿਆਂ ਨੂੰ ਵੀ ਚਲਾਨ। ਕੋਈ ਇੱਥੇ ਬਿਲਕੁਲ ਇੰਨਾ ਰੈਵਨਿਊ ਇਕੱਠਾ ਹੋ ਰਿਹਾ ਵਾ ਜਿਹੜਾ ਕੋਈ ਹਿਸਾਬ ਕਿਤਾਬ ਵੀ ਕੋਈ ਨਹੀਂਗਾ, ਤੇ ਬਿਲਕੁਲ ਗਲਤ ਹੈ। ਗਰੀਬ ਆਦਮੀ ਕਿੱਥੋਂ ਦੇਗਾ? ਠੀਕ ਹੈ ਤੁਹਾਡੀ ਗੱਲ, ਲੇਕਿਨ ਉਹ ਕਹਿੰਦੇ ਨੇ ਕਿ ਅਸੀਂ ਡਿਸਪਲਿਨ ਦੁਬਈ ਤੇ ਲੰਡਨ ਦੀ ਤਰ੍ਹਾਂ ਇਹਨਾਂ ਨੂੰ ਕਰਨਾ ਹੈ, ਮੁਲਕ ਨੂੰ, ਇਹਨੂੰ ਪੈਰਿਸ ਬਣਾਉਣਾ ਹੈ। ਤੇ ਚਲੋ ਜੁਰਮਾਨਾ ਰੱਖਣਾ ਨਾ ਸਰ, ਕੋਈ ਮਕੂਰ ਰੱਖ ਲੈਣ, ਕੋਈ ਥੋੜਾ ਬਾਤਾ, ਯਾਨੀ ਕਿ ਜਿਹੜਾ 200 ਹੁੰਦਾ 200 400 ਰੱਖ ਲੈਣ, ਕੋਈ 2000 2500 ਰੁਪਇਆ ਗਰੀਬ ਆਦਮੀ ਕਿੱਥੋਂ ਦੇਗਾ ਦੱਸੋ? ਠੀਕ ਹੈ। ਅੱਛਾ, ਮੁਲਕ ਦੇ ਵਿੱਚ ਖੁਸ਼ਹਾਲੀ ਇਮਰਾਨ ਖਾਨ ਦੀ ਵਜ੍ਹਾ ਤੋਂ ਆ ਸਕਦੀ ਹੈ, ਇਹ ਤੁਹਾਡਾ ਮੌਕਫ ਹੈ? ਇਹ ਫਰਸੂਦਾ ਨਿਜ਼ਾਮ ਜਿਹਦੇ ਹਰ ਇਦਾਰੇ ਵਿੱਚ ਕਰਪਸ਼ਨ ਹੋ ਰਹੀ ਹੈ, ਕੀ ਕਰੇਗਾ? ਇਮਰਾਨ ਖਾਨ ਰਿਹਾ ਹੋਏਗਾ, ਉਹ ਵਜ਼ੀਰ ਆਜ਼ਮ ਪਾਕਿਸਤਾਨ ਬਣੇਗਾ, ਇਨਸ਼ਾਅੱਲਾ ਮੁਲਕ ਫਿਰ ਤਰੱਕੀ ਦੀ ਰਾਹ ਤੇ ਗਾਮਜ਼ਨ ਹੋਏਗਾ। ਇਮਰਾਨ ਖਾਨ ਡੀਲ ਕਿਉਂ ਨਹੀਂ ਕਰ ਰਿਹਾ? ਮੁਲਕ ਤੋਂ ਬਾਹਰ ਕਿਉਂ ਨਹੀਂ ਜਾਣਾ ਚਾਹੁੰਦਾ? ਚਲਾ ਜਾਵੇ, ਜਾਨ ਛਡਾਵੇ ਆਪਣੀ। ਇਮਰਾਨ ਖਾਨ ਨੇ ਡੀਲ ਨਹੀਂ ਐਵੇਂ 2-2.5 ਸਾਲ ਤੋਂ ਜੇਲ੍ਹ ਦੇ ਵਿੱਚ ਸਰ। ਇਮਰਾਨ ਖਾਨ ਨੇ ਡੀਲ ਨਹੀਂ ਕਰਨੀ, 2 ਸਾਲ ਤੋਂ ਜੇਲ੍ਹ 'ਚ ਅੰਦਰ। ਹਾਂ, ਇਮਰਾਨ ਖਾਨ ਡੀਲ ਨਹੀਂ ਕਰੇਗਾ, ਉੱਥੇ ਡੀਲ ਨਹੀਂ, ਨਾ ਬਾਹਰ ਜਾਏਗਾ, ਆਪਣੀ ਆਵਾਮ ਦੇ ਵਿੱਚ ਰਹੇਗਾ। ਡੀਲ ਨਹੀਂ ਕਰਨੀ, 2 ਸਾਲ। ਯਾਨੀ ਤੁਸੀਂ ਕਹਿੰਦੇ ਕੋ ਤਾਂ ਜਿਹੜਾ ਮਰਨਾ ਪਾਕਿਸਤਾਨ 'ਚ। ਇਹ ਗਲਤ ਗੱਲ ਆ, ਉਹਨੂੰ ਜੋ ਵੀ ਇਹਦੇ ਤੇ ਇਲਜ਼ਾਮ ਲਾਉਂਦੇ ਉਹ ਗਲਤ ਨਹੀਂ। ਉਹ ਕਹਿੰਦੇ ਸੀ, ਨੂਲੀ ਕਹਿੰਦੇ ਸੀ ਕਿ ਇਹ ਤੇ ਅੱਲਾ ਮਾਫ ਕਰੇ ਬੜੇ ਨਾਰੇ ਸਣ, ਇਹ ਇਸਲਾਮ ਵਾਲੇ ਦਾ ਕੋਈ ਤਾਲੁਕ ਨਹੀਂ, ਤੇ ਲੇਕਿਨ ਮੈਂ ਵੇਖਿਆ ਔਰ ਤੁਸੀਂ ਵੇਖਿਆ ਕਿ ਉਹ ਇੰਟਰਨੈਸ਼ਨਲ ਲੈਵਲ ਤੇ ਵੀ ਇਸਲਾਮ ਦਾ ਝੰਡਾ ਜਿਹੜਾ ਸਰ ਬੁਲੰਦ ਕੀਤਾ। ਸਾਰਾ ਅਕਵਾਮੇ ਮੁਤਹਿਦਾ 'ਚ ਉਹਨੇ ਇਸਲਾਮ ਦਾ ਝੰਡਾ ਬੁਲੰਦ ਕੀਤਾ। ਬਈ ਕੋਈ ਕੰਮ ਨਹੀਂ ਹੁੰਦਾ, ਕੋਈ ਕਿਸੇ ਥਾਣੇ 'ਚ ਪੈਸੇ ਚੱਲਦੇ ਆ, ਕੋਈ ਪੁੱਛ ਦੱਸ ਨਹੀਂ। ਨਹੀਂ ਤੇ ਉਹ ਤੇ ਮਿਨਿਸਟਰ ਵੀ ਬਣ ਸਕਦਾ ਸੀ, ਉਹਨਾਂ ਨੂੰ ਮਿਨਿਸਟਰੀ ਵੀ ਨਹੀਂ ਮਿਲੀ, 3 ਵਾਰੀ ਜਿੱਤ ਚੁੱਕੇ ਨੇ, ਮਿਨਿਸਟਰੀ ਨਹੀਂ ਮਿਲੀ ਇਸ ਇਲਾਕੇ ਦੇ ਵਿੱਚ। ਹੱਤਾ ਕਿ ਮੇਰਾ ਖਿਆਲ ਹੈ ਜਿਹੜਾ ਉਹ ਮੋਟਰਵੇ ਮਨਜ਼ੂਰ ਹੋਇਆ ਉਹਦਾ ਇੱਕ ਸਾਨੂੰ ਉਹ ਜਿਹੜਾ ਨਾ ਜੀ ਉਹ ਇੱਕ ਸਟਾਫ ਨਹੀਂ ਮਿਲ ਸਕਿਆ, ਉਹਦੀ ਜਿਹੜੀ ਹੈ ਨਾ ਉਹ ਕੱਟ ਨਹੀਂ ਮਿਲ ਸਕਿਆ ਕੁਆਟਰਾਂ ਤੋਂ। ਬੱਸਾਂ ਨਹੀਂ ਮਿਲੀਆਂ ਉਹਨੂੰ, ਗੱਗੋ ਨੂੰ, ਪੂਰੇ ਨੂੰ। ਹਾਂ, ਇੱਥੋਂ ਬਿਲਕੁਲ ਵੈਲਿਡ ਪੁਆਇੰਟ ਹੈ ਕਿ ਗੱਗੋ ਤੋਂ ਵਿਹਾੜੀ ਤੱਕ ਦੀ ਬੱਸਾਂ ਚੱਲਣੀਆਂ ਚਾਹੀਦੀਆਂ, ਉਹ ਵੀ ਨਹੀਂ ਮਿਲੀਆਂ। ਯਾਨੀ ਤੁਹਾਡਾ ਇਖਤਲਾਫ ਇਹਨਾਂ ਗੱਲਾਂ ਤੋਂ ਹੈ? ਇਹਨਾਂ ਗੱਲਾਂ ਤੋਂ ਇਖਤਲਾਫ ਹੋ ਗਿਆ ਕਿ ਨੌਨ ਲੀਗ ਉਹਨਾਂ ਦੀ ਗੱਲ ਨਹੀਂ ਮੰਨਦੀ? ਨਹੀਂ, ਬਿਲਕੁਲ ਨਹੀਂ। ਕੋਈ ਕੰਮ ਨਹੀਂ ਕਰਵਾ ਸਕੇ? ਕਿੱਥੋਂ ਕੰਮ ਸਰ, ਕੋਈ ਕੰਮ ਨਹੀਂ ਹੋ ਰਿਹਾ ਸਰ। ਇਲਾਕੇ ਦੇ ਲੋਕ ਫਿਰ ਤੁਹਾਨੂੰ ਕੀ ਕਹਿੰਦੇ ਨੇ? ਇਲਾਕੇ ਦੇ ਲੋਕ ਫਿਰ ਆਉਂਦੇ ਸਾਡੇ ਕੋਲ। ਅਸੀਂ 2-3 ਵਾਰੀ ਇਹਨੂੰ ਕਿਹਾ ਸੀਗਾ ਵੀ ਯਾਰ ਕੋਈ ਕੰਮ ਕਰਾਓ,
ਨਹੀਂ ਕੋਈ ਕੰਮ ਹੋ ਰਿਹਾ ਤਾਂ ਅਸੀਂ ਫਿਰ ਆਪਣਾ ਰਾਹ ਅਲੱਗਾ ਕਰ ਲਿਆ ਬਸ। ਯਾਨੀ ਇਹ ਰਾਹ ਲੈਣ ਦੀ ਪਾਕਿਸਤਾਨ ਤਹਿਰੀਕ ਇਨਸਾਫ ਜੁਆਇਨ ਕਰਨ ਦੀ ਇੱਕ ਹੀ ਵਜ੍ਹਾ ਹੈ ਇੱਕ ਹੀ ਵਜ੍ਹਾ। ਕਿ ਇਲਾਕੇ ਦੇ ਲੋਕ ਨਾਰਾਜ਼ ਸਨ। ਹਾਂਜੀ ਨਾਰਾਜ਼। ਉਹ ਕਹਿੰਦੇ ਨੇ ਤੁਹਾਡੀ ਵਜ੍ਹਾ ਤੋਂ ਜਿਤਾਇਆ ਹੈ ਤੇ ਕੰਮ ਤਾਂ ਹੋ ਕੋ ਨਹੀਂ ਰਿਹਾ, ਨਾ ਬੱਸਾਂ ਮਿਲੀਆਂ ਨਾ ਕੋਈ ਹੋਰ ਤਰੱਕੀਆਤੀ ਵੱਡੇ ਕੰਮ ਹੋਏ। ਅੱਛਾ, ਇੱਕ ਬੜਾ ਵੱਡਾ ਇਸ਼ੂ ਹੈ ਇਸ ਹਲਕੇ ਦਾ, ਆਵਾਮ ਹਮੇਸ਼ਾ ਕਹਿੰਦੀ ਹੈ ਇੱਕ 20 ਲਾਈਨ ਹੈ 29 ਕਿਲੋਮੀਟਰ ਦੀ, ਜਿਹੜੀ ਚੌਕ ਸ਼ਾਹ ਜੁਨੇਦ ਤੋਂ ਲੈ ਕੇ ਤੇ ਮਾਣੇ ਮੋੜ ਨੂੰ ਟੱਚ ਹੁੰਦੀ ਜਾ ਕੇ ਮਾਣੇ ਮੋੜ ਤੋਂ ਅੱਗੇ ਬੂਰੇਵਾਲਾ ਜਾਂਦੀ ਹੈ। ਅਗਰ ਉਹ ਸੜਕ ਬਣ ਜਾਂਦੀ ਉਹਦੇ ਚ ਇਲਾਕੇ ਦੇ ਲੋਕਾਂ ਨੇ ਕਾਫੀ ਸਾਰੀ ਨਿਸ਼ਾਨਦੇਹੀ ਕੀਤੀ ਹੈ ਐਮਪੀ ਨੂੰ, ਲੇਕਿਨ ਐਮਪੀ ਸਾਹਿਬ ਨੇ ਇੱਕ ਵਾਰੀ ਵੀ ਉਹ ਮਸਲਾ ਹੱਲ ਨਹੀਂ ਕੀਤਾ। ਤੁਸੀਂ ਵੀ ਤਾਂ ਸਰ ਬਿਲਕੁਲ ਉਹ ਕਿਉਂ ਨਹੀਂ ਹੋਈ? ਬਿਲਕੁਲ ਉਹ ਸ਼ਾਹ ਜਨੇਦ ਚੌਕ ਤੋਂ ਨਿਕਲਦੀ ਲੈ ਹੈ ਕੇ ਬੇਸ ਲੈਣ 185 ਤੋਂ ਐ ਨੂੰ ਹੋ ਮੁਖਤਲਿਫ ਕੇ ਪਿੰਡਾਂ ਨੂੰ ਟੱਚ ਮੁਖਤਲਿਫ ਪਿੰਡਾਂ ਜਾ ਕੇ ਤੇ ਬੂਰੇਵਾਲਾ ਦੇ ਕੋਲ ਨਿਕਲਦੀ। ਆਪਣੀ ਫਸਲ ਮੰਡੀ ਤੱਕ ਪਹੁੰਚਾਉਣ ਲਈ ਵੀ ਸਰਦੀ ਹੋਵੇ ਗਰਮੀ ਹੋਵੇ ਜਾਂ ਹੋਵੇ ਬਾਰਿਸ਼, ਕਮ ਅਸ ਕਮ ਉਹ ਸੜਕ ਅਗਰ ਬਣੀ ਹੁੰਦੀ ਬਿਲਕੁਲ ਉਹ ਜ਼ਿਮੀਦਾਰ ਆਪਣੀ ਜਿੰਸ ਜਿਹੜੀ ਹੈ ਨਾ ਉਹ ਤੱਕ ਪਹੁੰਚਾ ਸਕਦਾ। ਬਿਲਕੁਲ ਉਹ ਸੜਕ ਬਣਨੀ ਚਾਹੀਦੀ, 20 ਲਾਈਨ ਹੈ, ਲੇਕਿਨ ਲੋਕਾਂ ਨੇ ਵੀ ਕਿਹਾ ਅਸੀਂ ਵੀ ਕਿਹਾ ਲੇਕਿਨ ਨਹੀਂ ਬਣ ਸਕੇ। ਵਜ੍ਹਾ ਕੀ ਹੈ? ਕੋਈ 15 ਸਾਲ ਤੁਸੀਂ ਹਕੂਮਤ ਕੀਤੀ, ਪਤਾ ਨਹੀਂ ਵਜ੍ਹਾ ਕੀ ਹੈ, ਕਿਆ ਕੰਮ ਨਹੀਂ ਕਰਵਾ ਤੁਸੀਂ ਸਕਦਾ। ਵਿਦੇਸ਼ ਆ ਗਏ ਹੋ, ਬਿਲਕੁਲ ਕੰਮ ਹੀ ਨਹੀਂ ਕਰਵਾ ਸਕਦਾ, ਇਹੀ ਵਜ੍ਹਾ ਹੈ ਇਹੀ ਵਜ੍ਹਾ। ਕਿ ਤੁਹਾਡੇ ਜਿਹੜੇ ਵੱਡੇ ਮਸਾਇਲ ਸਨ, ਇਲਾਕੇ ਦੇ ਮਸਾਇਲ ਸੀ, ਉਹਨੇ ਹੱਲ ਨਹੀਂ ਕਰਾ ਸਕੇ। ਬਿਲਕੁਲ ਐਵੇਂ। ਠੀਕ ਹੈ। ਅੱਛਾ, ਹੁਣ ਤੁਸੀਂ ਐਮਪੀ ਦੇ ਕੈਂਡੀਡੇਟ ਹੋ ਇਸ ਹਲਕੇ ਤੋਂ, ਉਮੀਦਵਾਰ ਹੋ ਪਾਕਿਸਤਾਨ ਤਹਿਰੀਕ ਇਨਸਾਫ ਵੱਲੋਂ? ਜੀ ਮੈਂ ਇਨਸ਼ਾਅੱਲਾ ਐਮਪੀ ਦਾ ਇਲੈਕਸ਼ਨ ਲੜਾਂਗਾ ਇੱਥੋਂ, ਠੀਕ ਹੈ ਨਾ ਜੀ, ਪੀਪੀ 229 ਚੋਂ। ਯੂਥ ਨੂੰ ਕੀ ਪੈਗਾਮ ਦਿੰਦੇ ਹੋ? ਯੂਥ ਨੂੰ ਪੈਗਾਮ ਹੈ, ਇਹ ਬਲਦਿਆਤੀ ਇਲੈਕਸ਼ਨ ਆ ਗਏ ਸਰ ਅੱਗੇ, ਇਨਸ਼ਾਅੱਲਾ ਹਰ ਯੂਨੀਅਨ ਕੌਂਸਲ 'ਚ ਹਰ ਵਾਰਡ 'ਚ ਬੰਦਾ ਖੜਾ ਕਰਾਂਗੇ ਆਪਣਾ, ਇਨਸ਼ਾਅੱਲਾ ਬੰਦੇ ਜਿਤਾਵਾਂਗੇ ਆਪਣਾ, ਇਨਸ਼ਾਅੱਲਾ ਉਹਨਾਂ ਦੀ ਕੰਪੇਨ ਕਰਾਂਗੇ ਤੇ ਇਨਸ਼ਾਅੱਲਾ ਔਰ ਨਿਚਲੇ ਸਤਹ ਤੇ ਕੰਮ ਹੋਏਗਾ। ਨਿਚਲੀ ਸਤਹ ਤੇ ਕੰਮ ਹੋਏਗਾ ਇਨਸ਼ਾਅੱਲਾ। ਪਾਕਿਸਤਾਨ ਤਹਿਰੀਕ ਇਨਸਾਫ ਜਿੱਤ ਜਾਂਦੀ ਹੈ ਸਰ, ਬਲਦਿਆਤੀ ਇਲੈਕਸ਼ਨ 'ਚ ਵੀ ਵਿਨ ਕਰ ਜਾਂਦੀ ਹੈ ਸਰ ਇਨਸ਼ਾਅੱਲਾ ਇਹ ਪੀਪੀ 229 ਚੋਂ ਬਲਦਿਆਤੀ ਇਲੈਕਸ਼ਨ 'ਚ ਕਲੀਨ ਸੋਪ ਕਰੇਗੀ ਪੀਟੀਆਈ ਦੇ ਕੈਂਡੀਡੇਟ, ਇਨਸ਼ਾਅੱਲਾ ਅੱਲਾ ਦੇ ਹੁਕਮ ਦੇ ਨਾਲ। ਕੈਂਡੀਡੇਟ ਨੇ ਚੌਧਰੀ ਆबिद कसेलिया, बहुत सादा तबीयत के आदमी ने, बहुत खूबसूरत शख्सियत है, इखलाक वाले आदमी ने। मैं हमेशा कहना वा कि वड्डियां डिग्रियां वाले बंदे वड्डे नहीं बनते, वड्डियां गड्डियां वड्डियां प्रापर्टियां वाले बंदे नहीं बनते। बंदे बनते ने अपनी गल नाल, बंदे बनते ने अपने दिलों हो के, साफ हो के, दिलों साफ नीयत साफ हो के, और लोगों नाल चलन वर्तन दे, अपने हल्के दे विच रहण दे, अपने हल्के दे लोगों दे कम करन वाले बंदे बनते ने। और इन्हां दी एक खासियत है इस शख्सियत की कि ये सादा आदमी है, अपने कज़न को इन्होंने जिताया है और तीसरी बारी एमपी बनाया है। इन्हों का एक मिशन है कि मैं अपने हल्के के लोगों लिए कम करा। यकीनन उन्होंने कज़न यूसुफ कसेलिया बहुत अच्छा आदमी है, बहुत अच्छे इंसान ने, लेकिन इन्हों का इख्तलाफ जस्ट कम्मां तो है कि कम जिहड़ा दे हवाले नाल इलाके नूं मुतमईन नहीं कर पाए। दो मेजर कम सन जिहड़े, एक बेस लाइन है चौक शाह जुनैद तो ਅੱਗੇ ਬੂਰੇਵਾਲਾ ਤੱਕ ਜਿਹੜੀ ਹੈ ਤਕਰੀਬਨ 28-29 ਕਿਲੋਮੀਟਰ ਦੀ, ਉਹ ਨਾ ਬਣ ਸਕੀ। ਇਸ ਹਲਕੇ ਦੇ ਲੋਕਾਂ ਨੇ 20 ਸਾਲ ਦਾ ਮੁਤਾਲਬਾ ਹੈ, ਉਹ ਨਹੀਂ ਬਣ ਸਕੀ। ਉਸ ਤੋਂ ਇਲਾਵਾ ਮੇਨ ਰੋਡ ਨਹੀਂ ਬਣ ਸਕੇ ਜਿਹੜੇ ਪਿੰਡਾਂ ਵਿੱਚ ਜਾਂਦੇ ਨੇ। ਅੱਜ ਵੀ ਅਗਰ ਪਿੰਡਾਂ ਦੇ ਵਿੱਚ ਜਾਈਏ ਤੇ ਅਗਰ ਇਲੈਕਸ਼ਨ ਕੰਪੇਨ ਲਈ ਤੇ ਐਮਪੀਏ ਸਾਹਿਬ ਦੀ ਜਾਂ ਮੁਖਤਲਫ ਜਿਹੜੇ ਸਿਆਸੀ ਬੰਦੇ ਨੇ ਉਹਨਾਂ ਦੀ ਗੱਡੀਆਂ ਜਾ ਕੇ ਜਦੋਂ ਕਿਚੜ ਦੇ ਵਿੱਚ ਫਸਦੀਆਂ ਨੇ, ਗੰਦੇ ਨਾਲੇ ਦੇ ਵਿੱਚ ਫਸਦੀਆਂ ਨੇ, ਤੇ ਬੜਾ ਮਜ਼ਾ ਆਉਂਦਾ ਹੈ ਉਹਨਾਂ ਨੂੰ, ਇਸ ਲਈ ਕਿ ਉਹ ਹਰ ਵਾਰੀ ਇੱਕ ਹੀ ਬੀਨ ਸੁਣਾ ਕੇ ਆ ਜਾਂਦੇ ਨੇ, ਵਾਅਦਾ ਕਰਕੇ ਆ ਜਾਂਦੇ ਨੇ ਕਿ ਅਸੀਂ ਪਿੰਡਾਂ ਦੀਆਂ ਗਲੀਆਂ यानी दोनों तरफों नालियां का बंदोबस्त भी करा गए, लेकिन अज तक नहीं हो सकियां। आखिर तब्दीली, आवाम तब्दीली मांगती है। तब्दीली ये नहीं है कि कोई भी सियासी जमात है, तब्दीली ये है कि अपने हल्के के लोगों को मुतमईन किया जाए। तो इन्हों की ख्वाहिश सी कि पंजाबी च इंटरव्यू होना ताकि पिंडों के जोड़े लोग ने, ਜਿਹੜੇ ਪਿੰਡਾਂ ਦੇ ਵਿੱਚ ਬੈਠੇ ਹੁੰਦੇ ਨੇ ਲੋਕ, ਉਹ ਸਾਡੇ ਇੰਟਰਵਿਊ ਨੂੰ ਸੁਣ ਸਕਣ, ਉਹਨਾਂ ਤੱਕ ਮੇਰੀ ਆਵਾਜ਼ ਪਹੁੰਚ ਸਕੇ ਔਰ ਇਹ ਸਾਨੂੰ ਪੈਗਾਮ ਔਰ ਕਮੈਂਟਸ ਦੇ ਜ਼ਰੀਏ ਰਾਏ ਦੇ ਸਕਣ ਕਿ ਕਿਆ ਚੌਧਰੀ ਆबिद कसेलिया ਦੀ ਜਿਹੜੀ ਸ਼ਖਸੀਅਤ ਹੈ क्या इस लायक है कि इन्होंने एमपीए बनाया जाए। इन्होंने अपना पैगाम दिता है कि इन्होंने अपने हल्के के लिए एक होर भी पैगाम दिता है कि बलदियाती इलैक्शन के हवाले नाल तैयारी करो, असी जित के विखावांगे। तो होर कोई पैगाम तुहाडा इस हल्के लिए? सर यही पैगाम है, बलदियाती इलैक्शन आ रहा, इंशाअल्लाह ਅਸੀਂ ਆਪਣੇ ਕੈਂਡੀਡੇਟ ਹਰ ਯੂਨੀਅਨ ਕੌਂਸਲ ਵਾਈਜ਼ ਹਰ ਵਾਰਡ 'ਚ ਖੜੇ ਕਰਾਂਗੇ ਔਰ ਇਨਸ਼ਾਅੱਲਾ। ਆਖਰੀ ਪੈਗਾਮ ਇਸ ਹਕੂਮਤ ਨੂੰ ਕਿ ਜਿਹੜਾ ਕਹਿੰਦੀ ਜੀ ਪੈਰਾ ਫੋਰਸ ਅਰਬਾਂ ਰੁਪਇਆ ਦੇ ਕੇ ਇਹਨੇ ਮਹਿਕਮੇ ਬੜਾ ਦਿੱਤੇ ਨੇ ਤੇ ਕਬਜ਼ੇ ਜਿਹੜੇ ਨੇ ਹਾਲੇ ਤੱਕ ਨਹੀਂ ਛੁਡਾਏ ਗਏ, ਬਿਲਾ ਤਫਰੀਕ ਆਪਰੇਸ਼ਨ ਨਹੀਂ ਹੈ। ਇਹ ਵਾਕਈ ਇੰਜ ਗੱਲ ਹੈ? ਬਿਲਕੁਲ ਬਿਲਾ ਤਫਰੀਕ ਨਹੀਂ ਹੋ ਰਿਹਾ। ਇਹ ਆਵਾਮ ਕਹਿੰਦੀ, ਮੈਂ ਨਹੀਂ ਕਹਿ ਰਿਹਾ। ਗਰੀਬਾਂ ਤੇ ਆਪਰੇਸ਼ਨ ਹੋ ਰਿਹਾ, ਵੱਡਿਆਂ ਤੇ ਆਪਰੇਸ਼ਨ ਹੀ ਨਹੀਂ ਹੋ ਰਿਹਾ। ਯਾਨੀ ਤੁਸੀਂ ਕਹਿੰਦੇ ਹੋ ਕਿ ਮੁਕੰਮਲ ਆਪਰੇਸ਼ਨ ਹੋਣਾ ਚਾਹੀਦਾ? ਮੁਕੰਮਲ ਆਪਰੇਸ਼ਨ ਹੋਣਾ ਚਾਹੀਦਾ, ਬਿਲਕੁਲ ਇਹ ਦਰੁਸਤ ਆ। ਅਸੀਂ ਇਹਨੂੰ ਮੰਨਦੇ ਹਾਂ ਇਸ ਗੱਲ ਨੂੰ ਵੀ ਇਹ ਜਿਹੜੀ ਨਜਾਇਜ਼ ਤਜਾਵਜ਼ਾਤ ਹੈ ਖਤਮ ਹੋਣੀ ਚਾਹੀਦੀ, ਨਹੀਂ ਹੋਣੀ ਚਾਹੀਦੀ। हुकूमत का एक अच्छा कदम है, अच्छा कदम बिला है, तफरीक, बिल्कुल अच्छा कदम है, लेकिन बिला तफरीक होनी चाहिए, बिला तफरीक। हर गरीब अमीर ते होनी चाहिए। अच्छा काम है, लेकिन बिला तफरीक। बार बार बिला तफरीक का लफ्ज़ इसलिए यूज़ किया है कि जो बड़े कब्जा माफिया हैं वो आज भी कई मुरबा या कई एकड़ ज़मीनों पर काबिज़ हैं। यकीन मानिए, एक सवाल मैंने भी उठाया था प्रेस कॉन्फ्रेंस में, लेकिन उस सवाल पर अमल दरामद नहीं हुआ।
عوام کو بھکاری مت بنائیے، عوام کو روزگار مہیا کیجیے. عوام کو بے نظیر انکم سپورٹ پروگرام کی ضرورت نہیں ہے کہ وہ بھکاری بن کے لائن میں لگ کے 10-12 ہزار 14 ہزار لیں. عوام کو روزگار دیں، عوام کو مواقع دیں، روزگار کے عوام کو مہنگائی کم کریں تاکہ وہ خوشحال ہو جائے، پیٹرول کی قیمتیں کم ہوں. یہ ہے خوشحالی. میرا کسی پارٹی سے تعلق نہیں ہے. بطور جرنلسٹ میں مطالبہ کرتا ہوں کہ عوام کو خوشحال کیجیے، عوام کو خوشحال کیجیے، تبھی آپ دلوں پر راج کر سکیں گے. جو لوگ دلوں پہ راج کرتے ہیں وہی ہمیشہ اللہ کے قریب ہوتے ہیں. انسانوں کو جس نے دکھ پہنچایا ہے وہ ہمیشہ دکھی رہے ہیں. ان کی حکومتیں چند دن، چند مہینے اور چند سال چلتی ہیں. اگر آپ چاہتے ہیں کہ آپ خوشحال ہوں، اگر آپ چاہتے ہیں کہ اور بھی کامیاب ہوں، تو بلا تفریق آپریشن کیجئے. ان بڑے مگرمچھوں کو ہاتھ ڈالیے جو زمینوں پر قبضہ کر کے بیٹھے ہیں، جو ہر چک میں بڑے بڑے قبضہ مافیا بیٹھے ہیں، جن کی مفادات کسی ایک سیاسی پارٹی سے جڑے ہوئے ہیں. وہ پورے پاکستان میں ہو سکتے ہیں، وہ پورے پنجاب میں ہو سکتے ہیں، وہ ہر گاؤں شہر میں ہو سکتے ہیں. اپنا بہت سارا خیال رکھیے گا. اپنے میزبان مار اجمل سیال اور ہمارے معزز مہمان جو پاکستان تحریک انصاف سے MP کے امیدوار ہیں، گگو منڈی حلقہ 229 سے چوری عابد کسیلیا، ان کو دیجیے اجازت.